ਅੱਜ ਜਿਵੇਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ, ਪਹਿਲੇ ਤਾਂ ਇਹ ਜਾਣਨਾ ਚਾਹਾਂਗੇ ਕਿੰਨੇ ਟਾਈਮ ਤੋਂ ਇਹ ਸੇਵਾ ਇੱਥੇ ਚੱਲ ਰਹੀ ਹੈ। ਉਸ ਵੇਲੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਇੱਕ ਸੱਚੇ ਮੁਸਲਮਾਨ ਦਾ ਰੋਲ ਪਲੇ ਕਰਦੇ ਹੋਏ ਉਹਨੂੰ ਕਿਹਾ ਵੀ ਇਸਲਾਮ 'ਚ ਸ਼ਰਅ ਹੀ ਨਹੀਂ ਹੈਗੀ, ਕਾਨੂੰਨ ਹੀ ਨਹੀਂ ਹੈਗਾ ਨਿਰਦੋਸ਼ ਬੱਚਿਆਂ ਲਈ, ਮਾਸੂਮ ਬੱਚਿਆਂ ਲਈ ਕੋਈ ਸਜ਼ਾ ਦਿੰਦਾ। ਉਸੇ ਪਰੰਪਰਾ ਨੂੰ, ਉਸੇ ਯਾਨੀ ਕਿ ਗੱਲ ਨੂੰ ਤਾਜ਼ਾ ਕਰਦੇ ਹੋਏ ਮਲੇਕੁਲਾ ਜਿਹੜੀ ਹਾਦਨਾ ਦੀ ਧਰਤੀ ਜਿਹਨੂੰ ਕਿਹਾ ਜਾਂਦਾ ਹੈ, ਅਸੀਂ ਹਰ ਸਾਲ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਪਹੁੰਚਦੇ ਹਾਂ ਆਪਣੇ ਸਿੱਖ ਭਰਾਵਾਂ ਦੇ ਦੁੱਖ 'ਚ ਸ਼ਾਮਲ ਹੋਣ ਲਈ, ਤੇ ਤਾਂ ਕਿ ਅਸੀਂ ਉਸ ਦੁੱਖ 'ਚ ਸ਼ਾਮਲ ਹੋਈਏ। ਤੇ ਹਰ ਸਾਲ ਅਸੀਂ ਪਹੁੰਚਦੇ ਹਾਂ, ਅਸੀਂ ਮਿੱਠੇ ਚੌਲਾਂ ਦਾ ਲੰਗਰ ਲਾਉਣੇ ਆ ਇੱਥੇ, ਸਾਨੂੰ ਮਿੱਠੇ ਚੌਲਾਂ ਕਰਕੇ ਮਸ਼ਹੂਰ ਹਾਂ, ਤਾਂ ਕਿ ਅਸੀਂ ਮਿੱਠੇ ਚੌਲਾਂ ਦੇ ਥਰੂ ਲੋਕਾਂ 'ਚ ਮਿਠਿਆਸ ਬਣ ਸਕੀਏ। ਕਿਸਾਨਾਂ ਤੋਂ ਚੱਲਿਆ, ਅਸੀਂ ਉਹ 'ਚ ਵੀ 1 ਸਾਲ ਸਾਡਾ ਲੰਗਰ ਚੱਲਦਾ ਰਿਹਾ ਟਿੱਕਰੀ ਬਾਰਡਰ ਤੇ ਸੰਘੂ ਬਾਰਡਰ ਤੇ। ਸ਼੍ਰੀ ਅਨੰਦਪੁਰ ਸਾਹਿਬ ਵੀ ਅਸੀਂ ਹਰ ਸਾਲ ਮਿੱਠੇ ਚਾਵਲਾਂ ਦਾ ਲੰਗਰ ਲਾਉਣੇ ਆ, ਇੱਥੇ ਵੀ ਲਾਉਣੇ ਆ, ਗੁਰਪੁਰਬ 'ਤੇ ਵੀ ਲਾਉਣੇ ਆ। ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਉਹ ਕੜਤਨ ਜਿਹੜੀ ਪਾਈ ਗਈ ਹੈ ਸਾਡੇ ਭੈੜੇ ਲੋਕਾਂ ਵੱਲੋਂ, ਤੀਸਰੇ ਹੱਥ ਵੱਲੋਂ, ਉਹਨੂੰ ਅਸੀਂ ਬਦਲ ਦਈਏ। ਤਾਂ ਸਿੱਖ ਮੁਸਲਿਮ ਸਾਂਝਾ ਦੇ ਬਾਰੇ ਮੈਂ ਜਾਣਨਾ ਚਾਹਾਂਗੀ, ਇਹ ਹੈ ਕਿ ਇਤਿਹਾਸ ਗਵਾਹ ਹੈ ਕਿ ਅੰਗਰੇਜ਼ਾਂ ਨੇ ਭਾਰਤ 'ਤੇ ਰਾਜ ਕਰਦੇ ਸਮੇਂ ਜੋ ਇਤਿਹਾਸ ਤਿਆਰ ਕਰਵਾਇਆ, ਉਸ ਵਿੱਚ ਇਤਿਹਾਸਿਕ ਸੱਚਾਈਆਂ ਨੂੰ ਦਰਜ ਕਰਨ ਦੀ ਥਾਂ ਆਪਣੇ ਸਿਆਸੀ ਹਿੱਤਾਂ ਨੂੰ ਬਥੇਰੇ ਮੁੱਖ ਰੱਖਿਆ। ਸਾਡੇ ਸਿੱਖਾਂ ਮੁਸਲਮਾਨਾਂ ਦੇ ਇਤਿਹਾਸ ਨੂੰ ਬਦਲਿਆ ਗਿਆ। ਹਿੰਦੂਆਂ ਨਾਲ ਸਾਡੀ ਕੋਈ ਲੜਾਈ ਨਹੀਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਨੈਕਸਟ ਪੰਜਾਬ ਟੀਵੀ ਦੇ ਨਾਲ। ਮੈਂ ਸੋਨੀਆ ਤੇ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ, ਉੱਥੇ ਜਿੱਥੇ ਸ਼ਹੀਦੀ ਜੋੜ ਮੇਲ ਮਨਾਇਆ ਜਾ ਰਿਹਾ ਹੈ। ਇਸ ਹਫਤੇ ਸ਼ਹੀਦੀ ਦਿਹਾੜੇ ਵਜੋਂ ਮਨਾਇਆ ਜਾਂਦਾ ਤੇ ਅੱਜ ਇੱਥੇ ਬਹੁਤ ਸੋਹਣੀਆਂ ਤਸਵੀਰਾਂ ਸਾਹਮਣੇ ਆਏ, ਜਿੱਥੇ ਸਿੱਖ ਮੁਸਲਿਮ ਭਾਈਚਾਰੇ ਵੱਲੋਂ ਲੰਗਰ ਚਲਾਇਆ ਜਾ ਰਿਹਾ ਸੀ, ਲੰਗਰ ਦੀ ਸੇਵਾ ਚਲਾਈ ਜਾ ਰਹੀ ਸੀ। ਸੋ ਅਸੀਂ ਇਸ ਵਕਤ ਇੱਥੇ ਮੌਜੂਦ ਹਾਂ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਸਵਾਗਤ ਹੈ ਨੈਕਸਟ ਪੰਜਾਬ ਤੇ। ਬਹੁਤ ਬਹੁਤ ਸ਼ੁਕਰੀਆ, ਮੈਂ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਚੈਨਲ ਰਾਹੀਂ ਮੈਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਬਹੁਤ ਬਹੁਤ ਸ਼ੁਕਰੀਆ ਜੀ ਸਰ। ਸਭ ਤੋਂ ਪਹਿਲਾਂ ਤਾਂ ਸਿੱਖ ਮੁਸਲਿਮ ਸਾਂਝਾ ਦੇ ਬਾਰੇ ਮੈਂ ਜਾਣਨਾ ਚਾਹਾਂਗੀ, ਇਹ ਹੈ ਕੀ? ਦੇਖੋ, ਇਤਿਹਾਸ ਗਵਾਹ ਹੈ ਕਿ ਅੰਗਰੇਜ਼ਾਂ ਨੇ ਭਾਰਤ 'ਤੇ ਰਾਜ ਕਰਦੇ ਸਮੇਂ ਜੋ ਇਤਿਹਾਸ ਤਿਆਰ ਕਰਵਾਇਆ, ਉਸ ਵਿੱਚ ਇਤਿਹਾਸਿਕ ਸੱਚਾਈਆਂ ਨੂੰ ਦਰਜ ਕਰਨ ਦੀ ਥਾਂ ਆਪਣੇ ਸਿਆਸੀ ਹਿੱਤਾਂ ਨੂੰ ਬਥੇਰੇ ਮੁੱਖ ਰੱਖਿਆ। ਇਸ ਲਈ ਦੁਸ਼ਭਾਵਨਾਵਾਂ ਤੋਂ ਪ੍ਰੇਰਿਤ ਮਨਘੜਤ ਮਿਥਿਹਾਸਿਕ ਘਟਨਾਵਾਂ ਭਰਿਆ ਇਤਿਹਾਸ ਤਿਆਰ ਕਰਵਾਇਆ, ਤਾਂ ਕਿ ਭਾਰਤੀਆਂ ਦੀ ਏਕਤਾ ਨੂੰ ਅਨੇਕਤਾ 'ਚ ਬਦਲਿਆ ਜਾ ਸਕੇ, ਜੋ ਕਿ ਉਹਨਾਂ ਦੇ ਰਾਜ ਲਈ ਹਾਨੀਕਾਰਕ ਸੀ। ਤੇ ਉਹਨਾਂ ਨੇ ਖਾਸ ਕਰਕੇ ਸਿੱਖ ਔਰ ਮੁਸਲਮਾਨ ਜਿਹੜਾ ਇਤਿਹਾਸ ਦੇ ਉੱਪਰ ਕੰਮ ਕੀਤਾ। ਔਰ ਇੱਕ ਕਿਤਾਬ ਹੈ ਸਿੱਖ ਇਤਿਹਾਸ ਦਾ ਨਸ਼ਟ ਕਿਵੇਂ ਹੋਇਆ। ਉਹਦੇ ਵਿੱਚ ਇੱਕ ਸਿੱਖ ਇਤਿਹਾਸਕਾਰ ਲਿਖਦਾ ਪੰਨਾ ਨੰਬਰ 44 ਤੇ, ਈਸਟ ਇੰਡੀਆ ਕੰਪਨੀ ਅਤੇ ਸਬਸਿਡੀਅਰ ਸਿੱਖ ਸਰਦਾਰਾਂ ਨੇ ਸਿਆਸੀ ਸਮੇਂ ਦੀ ਲੋੜ ਅਨੁਸਾਰ ਸਿੱਖ ਇਤਿਹਾਸ ਤਿਆਰ ਕਰਵਾਇਆ ਤੇ ਅਨਪੜ੍ਹ ਸਿੱਖਾਂ ਨੇ ਉਸ ਇਤਿਹਾਸ ਨੂੰ ਪ੍ਰਮਾਣਿਕ ਮੰਨ ਲਿਆ, ਜੋ ਸਿੱਖਾਂ 'ਚ ਪ੍ਰਚਲਿਤ ਹੋ ਗਿਆ। ਦੂਸਰੀ ਕਿਤਾਬ ਹੈ ਪ੍ਰੀਤਲੜੀ ਚੰਡੀਗੜ੍ਹ, ਮਾਰਚ 1945 'ਚ ਲਿਖਦਾ ਹੈ, ਬ੍ਰਿਟਿਸ਼ ਸਰਕਾਰ ਦੀ ਖੁਸ਼ਨੁਦੀ ਹਾਸਲ ਕਰਨ ਲਈ ਸਿੱਖ ਇਤਿਹਾਸ ਨੂੰ ਤਰੋੜਿਆ ਮਰੋੜਿਆ ਗਿਆ। ਤੇ ਇਹ ਤੋਂ ਪਤਾ ਲੱਗਦਾ ਵੀ ਸਿੱਖ ਇਤਿਹਾਸ 'ਤੇ ਖਾਸ ਕਰ ਕੰਮ ਕੀਤਾ ਗਿਆ। ਤੇ ਮੈਨੂੰ ਕਿਸੇ ਨੇ ਸਵਾਲ ਵੀ ਕੀਤਾ, ਜਿਵੇਂ ਤੁਸੀਂ ਕੀਤਾ ਹੈ, ਵੀ ਤੁਸੀਂ ਇਸ ਸੰਸਥਾ ਦਾ ਨਾਮ ਸਿੱਖ ਮੁਸਲਿਮ ਸਾਂਝਾ ਕਿਉਂ ਰੱਖਿਆ? ਹਿੰਦੂ ਵੀ ਆਉਂਦੇ ਨੇ, ਦਲਿਤ ਵੀ ਆਉਂਦੇ ਨੇ। ਦੇਖੋ, ਇੱਕ ਬਾਪ ਦੇ 3 ਪੁੱਤਰ ਨੇ, 2 'ਚ ਲੜਾਈ ਹੋ ਗਈ, ਆਪਾਂ ਸੁਲ੍ਹਾ ਕਿੱਚ ਕਰਾਵਾਂਗੇ? ਜਿਹਨਾਂ 'ਚ ਲੜਾਈ ਹੋਈ ਹੈ ਨਾ, ਤੀਸਰੇ ਨਾਲ ਤਾਂ ਕੋਈ ਲੜਾਈ ਹੋਣੀ ਹੈਗੀ। ਸਾਡੇ ਸਿੱਖਾਂ ਮੁਸਲਮਾਨਾਂ ਦੇ ਇਤਿਹਾਸ ਨੂੰ ਬਦਲਿਆ ਗਿਆ। ਹਿੰਦੂਆਂ ਨਾਲ ਸਾਡੀ ਕੋਈ ਲੜਾਈ ਨਹੀਂ, ਉਹ ਸਾਡੇ ਭਰਾ ਨੇ ਪਹਿਲਾਂ ਹੀ, ਉਸ ਤਰ੍ਹਾਂ ਜਿਵੇਂ ਸਿੱਖ ਔਰ ਮੁਸਲਮਾਨ ਨੇ, ਕਿਉਂਕਿ ਇਹਨਾਂ ਦੋਹਾਂ 'ਚ ਝਗੜਾ ਕਰਾਇਆ ਗਿਆ ਇਤਿਹਾਸ ਬਦਲ ਕੇ। ਇਸ ਕਰਕੇ ਅਸੀਂ ਸਿੱਖ ਮੁਸਲਿਮ ਸਾਂਝਾ ਰੱਖ ਕੇ ਅਸੀਂ ਇਤਿਹਾਸ 'ਤੇ ਰਿਸਰਚ ਕੀਤੀ। ਜਿਹੜਾ ਇਤਿਹਾਸ ਸਾਡਾ ਛੁਪਾਇਆ ਗਿਆ, ਸਾਨੂੰ ਤਸਵੀਰ ਦਾ ਇੱਕ ਰੁੱਖ ਦਿਖਾਇਆ ਗਿਆ, ਮਿਥਿਹਾਸਿਕ ਰੁੱਖ, ਜਿਹਦੇ ਵਿੱਚ ਮਿਥਿਹਾਸ ਮਿਲਿਆ ਹੋਇਆ। ਸਾਡੀ ਸੰਸਥਾ ਦੀ ਕੋਸ਼ਿਸ਼ ਹੈ ਕਿ ਅਤੀ ਇਤਿਹਾਸਿਕ ਰੁੱਖ, ਤਸਵੀਰ ਦਾ ਦੂਸਰਾ ਰੁੱਖ ਵੀ ਲੋਕਾਂ ਦੇ ਸਾਹਮਣੇ ਰੱਖੀਏ, ਤਾਂ ਕਿ ਜਿਹੜੇ ਸੰਗਤ ਹੈ, ਦਰਸ਼ਕ ਨੇ, ਉਹ ਜੱਜ ਨੇ, ਉਹ ਸਹੀ ਫੈਸਲਾ ਕਰ ਸਕਣ ਦੀ ਰੋਸ਼ਨੀ। ਸੋ ਜਿਵੇਂ ਤੁਸੀਂ ਇਤਿਹਾਸ ਦੇ ਬਾਰੇ ਦੱਸਿਆ ਵੀ ਇਹ ਸਭ ਚੀਜ਼ਾਂ ਹੋਈਆਂ ਨੇ, ਸੋ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਦੇ ਹਾਂ। ਤੇ ਅੱਜ ਜਿਵੇਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ, ਪਹਿਲੇ ਤਾਂ ਇਹ ਜਾਣਨਾ ਚਾਹਾਂਗੇ ਕਿੰਨੇ ਟਾਈਮ ਤੋਂ ਇਹ ਸੇਵਾ ਇੱਥੇ ਚੱਲ ਰਹੀ ਹੈ? ਦੇਖੋ, ਜਿਹੜੀ ਜਿਵੇਂ ਮੈਂ ਦੱਸਿਆ ਵੀ ਸਾਰੇ ਇੱਕ ਰੱਬ ਦੇ ਬੰਦੇ ਹਾਂ ਜੀ। ਜਿਹੜੇ ਸਾਹਿਬਜ਼ਾਦੇ ਥੇ, ਇਹ ਵੀ ਉਸੇ ਰੱਬ ਦੇ ਬੰਦੇ ਥੇ, ਇਨਸਾਨੀ ਦੇ ਅੰਗ ਥੇ, ਠੀਕ ਹੈ ਨਾ। ਤੇ ਜਦੋਂ ਇਹ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ, ਤਾਂ ਉਸ ਵੇਲੇ ਸੂਬੇ ਸਰਹੰਦ ਦੀ ਕਚਹਿਰੀ 'ਚ ਜਿਹੜਾ ਹਾਕਮ ਸੀ, ਭਾਵੇਂ ਉਹਦਾ ਧਰਮ ਇਸਲਾਮ ਸੀਗਾ, ਸੰਬੰਧ ਸੀਗਾ, ਤੇ ਉਹਦੀ ਕਚਹਿਰੀ 'ਚ 2 ਬੰਦੇ ਮੇਨ ਥੇ, ਇੱਕ ਨਵਾਬ ਸ਼ੇਰ ਮੁਹੰਮਦ ਖਾਨ, ਇੱਕ ਸੁੱਚਾਨੰਦ ਜਿਹੜਾ ਹਿੰਦੂ ਧਰਮ ਨਾਲ ਸੰਬੰਧ ਰੱਖਦਾ ਸੀ, ਹੈ ਨਾ। ਤਾਂ ਉਸ ਵੇਲੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਸੂਬੇ ਸਰਹੰਦ ਨੂੰ ਇਹ ਕਿਹਾ ਸੀ, ਹਾਂ ਦਾ ਨਾਰਾ ਮਾਰਦੇ ਹੋਏ, ਵੀ ਤੇਰੀ ਲੜਾਈ ਉਹਨਾਂ ਦੇ ਪਿਤਾ ਨਾਲ ਹੈ, ਇਹਨਾਂ ਮਾਸੂਮ ਬੱਚੇ ਨੇ ਕੀ ਵਿਗਾੜੇ, ਬੇਕਸੂਰ ਨੇ। ਤਾਂ ਉਸ ਵੇਲੇ ਸੁੱਚਾਨੰਦ ਨੇ ਸੂਬੇ ਸਰਹੰਦ ਨੂੰ ਇਹ ਕਹਿੰਦੇ ਭੜਕਾਇਆ ਵੀ ਸੱਪ ਦੇ ਬੱਚੇ ਸੱਪ ਹੁੰਦੇ ਨੇ, ਇਹ ਬੜੇ ਹੋ ਕੇ
ਵੱਡਾ ਦੁੱਖ ਦੇਣਗੇ, ਇਸੇ ਕਾਰਨ ਇਹਨੂੰ ਖਤਮ ਕਰ ਦੇਣਾ ਚਾਹੀਦਾ। ਤਾਂ ਉਸ ਵੇਲੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਇੱਕ ਸੱਚੇ ਮੁਸਲਮਾਨ ਦਾ ਰੋਲ ਪਲੇ ਕਰਦੇ ਹੋਏ ਉਹਨੂੰ ਕਿਹਾ ਵੀ ਇਸਲਾਮ 'ਚ ਸ਼ਰਅ ਹੀ ਨਹੀਂ ਹੈਗੀ, ਕਾਨੂੰਨ ਹੀ ਨਹੀਂ ਹੈਗਾ ਨਿਰਦੋਸ਼ ਬੱਚਿਆਂ ਲਈ, ਮਾਸੂਮ ਬੱਚਿਆਂ ਲਈ ਗੁੱਸਾ ਦਿੰਦਾ। ਤੇ ਉਹ ਕਹਿੰਦਾ ਹੋਇਆ ਵਾਕਆਊਟ ਕਰ ਗਿਆ ਸੀ। ਉਸੇ ਪਰੰਪਰਾ ਨੂੰ, ਉਸੇ ਯਾਨੀ ਕਿ ਗੱਲ ਨੂੰ ਤਾਜ਼ਾ ਕਰਦੇ ਹੋਏ ਮਲੇਰਕੋਟਲਾ ਜਿਹੜੀ ਹਾਦਨਾ ਦੀ ਧਰਤੀ ਜਿਹਨੂੰ ਕਿਹਾ ਜਾਂਦਾ ਹੈ, ਅਸੀਂ ਹਰ ਸਾਲ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਪਹੁੰਚਦੇ ਹਾਂ ਆਪਣੇ ਸਿੱਖ ਭਰਾਵਾਂ ਦੇ ਦੁੱਖ 'ਚ ਸ਼ਾਮਲ ਹੋਣ ਲਈ, ਤੇ ਤਾਂ ਕਿ ਅਸੀਂ ਉਸ ਦੁੱਖ 'ਚ ਸ਼ਾਮਲ ਹੋਈਏ ਜਿਹੜਾ ਛੋਟੇ ਸਾਹਿਬਜ਼ਾਦਿਆਂ ਦੀ ਵਜ੍ਹਾ ਨਾਲ ਉਸ ਵੇਲੇ ਘਟਿਆ ਗਿਆ ਸੀ। ਇੱਕ ਜ਼ਾਲਮ ਹਾਕਮ ਜਿਹੜਾ ਸੱਤਾ ਦੇ ਨਸ਼ੇ 'ਚ ਅੰਨਾ ਹੋਇਆ ਸੀ, ਠੀਕ ਹੈ ਨਹੀਂ, ਕਿਉਂਕਿ ਹਾਕਮ ਦਾ ਕੋਈ ਧਰਮ ਨਹੀਂ ਹੁੰਦਾ ਉਸ ਦੇ ਲਈ, ਪਹਿਲਾਂ ਉਹਦੀ ਹਕੂਮਤ ਹੁੰਦੀ, ਧਰਮ ਮਗਰੋਂ ਹੁੰਦਾ। ਉਹਦਾ ਵੀ ਇਹੀ ਹਾਲ ਸੀ, ਉਹ ਵੀ ਇੱਕ ਹਾਕਮ ਹੀ ਸੀ। ਤੇ ਹਰ ਸਾਲ ਅਸੀਂ ਪਹੁੰਚਦੇ ਹਾਂ, ਅਸੀਂ ਮਿੱਠੇ ਚੌਲਾਂ ਦਾ ਲੰਗਰ ਲਾਉਣੇ ਆ ਇੱਥੇ, ਸਾਨੂੰ ਮਿੱਠੇ ਚੌਲਾਂ ਕਰਕੇ ਮਸ਼ਹੂਰ ਹਾਂ, ਤਾਂ ਕਿ ਅਸੀਂ ਮਿੱਠੇ ਚੌਲਾਂ ਦੇ ਥਰੂ ਲੋਕਾਂ 'ਚ ਮਿਠਿਆਸ ਬਣ ਸਕੀਏ। ਕਿਸਾਨਾਂ ਤੋਂ ਚੱਲਿਆ ਸੀ, ਉਹ 'ਚ ਵੀ ਇੱਕ ਸਾਲ ਸਾਡਾ ਲੰਗਰ ਚੱਲਦਾ ਰਿਹਾ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ। ਸ਼੍ਰੀ ਅਨੰਦਪੁਰ ਸਾਹਿਬ ਵੀ ਅਸੀਂ ਹਰ ਸਾਲ ਮਿੱਠੇ ਚਾਵਲਾਂ ਦਾ ਲੰਗਰ ਲਾਉਣੇ ਆ, ਇੱਥੇ ਵੀ ਲਾਉਣੇ ਆ, ਗੁਰਪੁਰਬ 'ਤੇ ਵੀ ਲਾਉਣੇ ਆ। ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਉਹ ਕੜਤਨ ਜਿਹੜੀ ਪਾਈ ਗਈ ਹੈ ਸਾਡੇ ਭੈੜੇ ਲੋਕਾਂ ਵੱਲੋਂ, ਤੀਸਰੇ ਹੱਥ ਵੱਲੋਂ, ਉਹਨੂੰ ਅਸੀਂ ਬਦਲ ਦਈਏ, ਕੋਸ਼ਿਸ਼ ਕਰ ਰਹੇ ਹਾਂ। ਤੇ ਸਾਡੇ ਵਿਚਕਾਰ ਉਹੀ ਸਾਂਝ ਪੈਦਾ ਹੋ ਜਾਵੇ ਜੋ ਸਿੱਖੀ ਦੇ ਬਾਨੀ, ਸਿੱਖੀ ਦੇ ਮੋਢੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਵਿਚਕਾਰ ਸੀ, ਜੋ ਸਾਂਝ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸੂਫੀ ਮੀਆਂ ਮੀਰ ਵਿਚਕਾਰ ਸੀ, ਜੋ ਸਾਂਝ ਦਸਮ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪੀਰ ਬੁੱਧੂ ਸ਼ਾਹ ਜਿਨ੍ਹਾਂ ਦਾ ਨਾਮ ਸੀਗਾ ਸਈਦ ਬਦਰੁੱਦੀਨ ਸਨੌਰਾ ਸ਼ਰੀਫ ਵਾਲੇ, ਕੋਟਰਾ ਨਿਹੰਗ ਖਾਂ, ਨਬੀ ਖਾਂ, ਗਨੀ ਖਾਂ, ਰਾਏ ਕੱਲਾ, ਨੂਰਾ ਮਾਹੀ, ਨਵਾਬ ਮਲੇਰਕੋਟਲਾ ਆਦਿ ਹੋਰਾਂ ਵਿਚਕਾਰ ਸੀ, ਤਾਂ ਕਿ ਉਹ ਸਾਡੀ ਪਿਆਰ ਮੁਹੱਬਤ ਦੀ ਸਾਂਝ ਲੌਟ ਆਵੇ ਤੇ ਸਾਡੇ ਭਵਿੱਖ 'ਚ ਕੋਈ ਐਸੀ ਘਟਨਾ ਨਾ ਵਾਪਰੇ ਜਿਹੜੀ 1947 'ਚ ਵਾਪਰੀ ਸੀ ਭਾਰਤ ਪਾਕ ਵੰਡ ਸਮੇਂ, ਜਦੋਂ 10-12 ਲੱਖ ਲੋਕਾਂ ਦਾ ਕਤਲ ਹੋਇਆ। ਉਸ ਵੇਲੇ ਕਿਹਦਾ ਕਤਲ ਹੋਇਆ? ਇਨਸਾਨੀਅਤ ਦਾ ਕਤਲ ਹੋਇਆ, ਪੰਜਾਬ ਦਾ ਕਤਲ ਹੋਇਆ, ਪੰਜਾਬੀਅਤ ਦਾ ਕਤਲ ਹੋਇਆ, ਪੰਜਾਬੀਆਂ ਦਾ ਕਤਲ ਹੋਇਆ। ਸਾਡੀ ਕੋਸ਼ਿਸ਼ ਹੈ ਕਿ ਫਿਰ ਤੋਂ ਇਹੋ ਜਿਹਾ ਕੋਈ ਭਾਣਾ ਨਾ ਵਾਪਰੇ। ਇਸ ਕਰਕੇ ਸਿੱਖ ਕੌਮ ਸਾਂਝਾਂ ਇਸ 'ਤੇ ਕੋਸ਼ਿਸ਼ ਕਰਦੀ ਹੈ, ਇਤਿਹਾਸ ਰਾਹੀਂ ਵੀ ਅਤੇ ਲੰਗਰ ਲਾ ਕੇ ਵੀ, ਤਾਂ ਕਿ ਸਾਡੇ 'ਚ ਜਿਹੜਾ ਵਿਗਾੜ ਪਾਇਆ ਗਿਆ, ਜਿਹੜਾ ਤੋੜ ਪਾਇਆ ਗਿਆ, ਉਹਨੂੰ ਖਤਮ ਕੀਤਾ ਜਾ ਸਕੇ। ਅਸੀਂ ਗੁਰੂ ਸਾਹਿਬ ਜਿਹੜੀ 12 ਭਾਈ ਗੁਰਦਾਸ 'ਚ ਭਾਈ ਗੁਰਦਾਸ ਨੇ ਜਿਸ ਗੱਲ ਦੀ ਗਵਾਹੀ ਭਰੀ ਹੈ, ਵਾਰ ਪਹਿਲੀ ਪੌੜੀ 35 ਤੇ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀ ਆਸਤਾਨਾ, ਇੱਕ ਬਾਬਾ ਆਕਾਰ ਰੂਪ, ਦੂਜਾ ਰਬਾਬੀ ਮਰਦਾਨਾ, ਉਸ ਨੂੰ ਫਿਰ ਜੋੜ ਸਕੀਏ ਉਸ ਸਾਂਝ ਨੂੰ। ਤੇ ਬਸ ਇਹੀ ਮੈਸੇਜ ਸਾਡਾ ਹੈ, ਮੁਹੱਬਤ ਦਾ ਪੈਗਾਮ ਲੈ ਕੇ ਅਸੀਂ ਇੱਥੇ ਹਰ ਸਾਲ ਪਹੁੰਚਦੇ ਹਾਂ। ਇਹ ਬਹੁਤ ਸੋਹਣਾ ਉਪਰਾਲਾ ਆ। ਅਸੀਂ ਪਹਿਲੇ ਵੀ ਇੰਟਰਵਿਊ ਕਰਨ ਦੇ ਲਈ ਆਏ ਸੀਗੇ, ਉਸ ਟਾਈਮ ਕਿਹਾ ਗਿਆ ਸੀਗਾ ਵੀ ਨਮਾਜ਼ ਅਦਾ ਕਰ ਰਿਹਾ ਅੱਧੇ ਘੰਟੇ ਬਾਅਦ ਕੀਤੀ ਜਾਵੇਗੀ, ਤੇ ਇੱਥੇ ਬਹੁਤ ਸਾਰੇ ਲੋਕੀ ਖੜ ਕੇ ਵੀ ਵੇਖ ਰਹੇ ਸੀਗੇ ਕਿ ਆਖਿਰਕਾਰ ਇੱਥੇ ਹੋ ਕੀ ਰਿਹਾ। ਮੈਨੂੰ ਲੱਗਦਾ ਕਈਆਂ ਦੇ ਲਈ ਇਹ ਚੀਜ਼ ਨਵੀਂ ਵੀ ਹੋਏਗੀ। ਬਿਲਕੁਲ ਬਿਲਕੁਲ ਠੀਕ ਹੈ, ਕਿਉਂਕਿ ਜਿਹੜਾ ਬੰਦਾ ਆਪਣੇ ਰੱਬ ਦਾ, ਆਪਣੇ ਪ੍ਰਭੂ ਦਾ ਵਫਾਦਾਰ ਨਹੀਂ ਹੋ ਸਕਦਾ, ਉਹ ਇਨਸਾਨਾਂ ਦਾ ਵੀ ਵਫਾਦਾਰ ਨਹੀਂ ਹੋ ਸਕਦਾ। ਇਹ ਸਾਡੀ ਪਹਿਲੀ ਚੀਜ਼ ਹੈ, ਅਸੀਂ ਆਪਣੇ ਰੱਬ ਦੇ ਪ੍ਰਭੂ ਦੇ ਵਫਾਦਾਰ ਰਹੀਏ। ਜੇ ਅਸੀਂ ਉਹਦੇ ਵਫਾਦਾਰ ਹੋਵਾਂਗੇ ਨਾ ਤਾਂ ਸਾਨੂੰ ਸਾਰੀ ਇਨਸਾਨ ਦੀ ਇੱਕ ਨਜ਼ਰ ਆਊਗੀ। ਅਵਲ ਅੱਲਾ ਨੂਰ, ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਵੀ ਕਿਹਾ ਗਿਆ ਪ੍ਰਭਾਤੀ ਅੰਗ 1349 ਤੇ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਤੇ ਹਿੰਦੂ ਧਰਮ 'ਚ ਵੀ ਤਾਂ ਇਹੀ ਹੈ, ਓਮ ਨਮः शिवाय क्या है, ओम यह है ना लाइट, नूर, एक नूर, नम नहीं, शिवाय सिवाय उस तो बिना कुछ है ही नहीं। तो कुरान ने भी यही किया, कुरान शरीफ जी एक चैप्टर है अल नूर, ਉਹਦੀ वर्स नंबर 35 ਤੇ, अल्लाह नूर समावाति वल अर्द, ਉਸ ਦਾ ਨੂਰ ਫੈਲਿਆ ਹੋਇਆ ਸਾਰੇ ਅਸਮਾਨਾਂ ਤੇ ਜ਼ਮੀਨ 'ਚ। ਤੇ ਫਿਰ ਉਹਦਾ ਹੀ ਨੂਰ ਹੈ, ਫਿਰ ਅਸੀਂ ਲੜਾਈ ਕਾਹਦੇ ਵਾਸਤੇ ਕਰੀਏ, ਹੈ ਨਾ। ਤੇ ਇਸ ਕਰਕੇ ਜਦੋਂ ਅਸੀਂ ਰੱਬ ਦੇ ਅੱਗੇ ਝੁਕਦੇ ਹਾਂ, ਉਹ ਤੋਂ ਦੁਆ ਕਰਦੇ ਹਾਂ, ਤਾਂ ਸਾਡੀ ਪਹਿਲੀ ਸੋਚ ਹੋਣੀ ਚਾਹੀਦੀ ਹੈ ਕਿ ਉਹ ਖੁਸ਼ ਹੋਊਗਾ ਜੇ ਅਸੀਂ ਉਹਦੇ ਬੰਦਿਆਂ 'ਚ ਪਿਆਰ ਵੰਡਾਂਗੇ। ਇੱਕ ਪਿਤਾ ਦੇ ਬੰਦਿਆਂ 'ਚ ਅਸੀਂ ਨਫ਼ਰਤ ਪਾਵਾਂਗੇ, ਉਹ ਪਿਤਾ ਕਦ ਖੁਸ਼ ਹੋਊਗਾ। ਇੱਕ ਪਿਤਾ ਇੱਕ ਕੇ ਹਮ ਬਾਰਿਕ ਇਹੀ ਤਾਂ ਕਿ ਹੈ ਨਾ, ਜੇ ਅਸੀਂ ਸਾਰੇ ਉਹਦੇ ਬੰਦੇ ਹਾਂ ਤਾਂ ਸਾਨੂੰ ਫਿਰ ਮਿਲ ਜੁਲ ਕੇ ਪਿਆਰ ਨਾਲ ਰਹਿਣਾ ਚਾਹੀਦਾ ਹੈ। ਇਹੀ ਮੈਸੇਜ ਹੈ ਸਾਡਾ, ਇਹੀ ਸਾਡੀ ਨਮਾਜ਼ 'ਚ ਸਾਡਾ ਉਪਦੇਸ਼ ਸੀ, ਤੇ ਕਿ ਅਸੀਂ ਆਪਣੇ ਰੱਬ ਦੇ ਆਗਿਆਕਾਰੀ ਰਹੀਏ, ਉਹਦੇ ਬੰਦਿਆਂ ਨਾਲ ਪਿਆਰ ਕਰੀਏ। ਇਹੋ ਧਰਮ ਹੈ, ਬਾਕੀ ਤਾਂ ਪੂਜਾ ਪਾਠ ਦੇ ਢੰਗ ਨੇ ਵੱਖ-ਵੱਖ ਨੇ। ਅੱਛਾ, ਜਿਵੇਂ ਇਹਨਾਂ ਦਿਨਾਂ ਦੇ ਵਿੱਚ ਹੀ ਛੋਟੇ ਸਾਹਿਬਜ਼ਾਦਿਆਂ ਨੂੰ ਚਿਣਵਾਇਆ ਗਿਆ ਸੀ ਨੀਹਾਂ ਦੇ ਵਿੱਚ, ਤੁਸੀਂ ਉਹਨਾਂ ਦੀ ਸ਼ਹਾਦਤ ਨੂੰ ਕਿਵੇਂ ਵੇਖਦੇ ਹੋ? ਇਹ ਸ਼ਹਾਦਤ ਇੱਕ ਜ਼ੁਲਮ ਹੋਇਆ ਸੀ, ਇੱਕ ਜਿਹਨੂੰ ਕਹਿੰਦੇ ਆ ਇੰਤਹਾ ਦਰਜੇ ਦਾ ਜ਼ੁਲਮ ਸੀ। ਮਾਸੂਮਾਂ ਨੂੰ, ਨਿਰਦੋਸ਼ਾਂ ਨੂੰ, ਜਿਹੜੀ ਉਹ ਇੱਕ ਹਾਕਮ ਨੇ ਨਸ਼ੇ ਦੀ, ਜਿਹੜਾ ਸੱਤਾ ਦੇ ਨਸ਼ੇ ਜੰਨੇ ਸੀਗਾ, ਤੇ ਉਹਨੇ ਕੁਝ ਪੈਸੇ ਲੈ ਕੇ ਪਹਾੜੀ ਰਾਜਿਆਂ ਤੋਂ 20,000 ਰੁਪਏ ਲਿਖਿਆ ਜਫਰਨਾਮਾ ਸਟੀਕ 'ਚ, ਤੇ ਸਾਰਾ ਖਰਚਾ ਵੀ ਉਹਨਾਂ ਨੇ ਭਰਿਆ ਸੀ। ਇੱਕ ਹਕੂਮਤੀ ਲੜਾਈ ਸੀ ਔਰ ਇਹ ਸੱਤਾ ਦੀ ਉਹ ਸੀਗੀ, ਇਹਦੇ 'ਚ ਧਰਮ ਦੀ ਕੋਈ ਗੱਲ ਨਹੀਂ ਸੀ। ਅਗਰ ਧਰਮ ਦੀ ਗੱਲ ਹੁੰਦੀ ਤਾਂ ਕੁੰਮਾ ਮਾਸਕੀ, ਜਿਹਦਾ ਨਾਮ ਕਯੂਮ ਬਖਸ਼ ਸੀ ਅਸਲ, ਉਹ ਮਾਤਾ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਸਾ ਨਦੀ 'ਚੋਂ ਕੱਢ ਕੇ ਕਿਉਂ ਲੈ ਕੇ ਆਉਂਦਾ। ਤੇ ਗੁਰੂ ਸਾਹਿਬ ਜਦੋਂ
ਸਰਸਾ ਨਦੀ ਪਾਰ ਕਰਦੇ ਨੇ, ਰਸਤੇ 'ਚ ਬਹੁਤ ਸਾਰੇ ਸਿੱਖਾਂ ਦੇ ਘਰ ਆਉਂਦੇ ਨੇ, ਗੁਰੂ ਸਾਹਿਬ ਦੇ ਸਿੱਖ ਤੇ ਪਿਆਰੇ, ਬਹੁਤ ਸਾਰੇ ਹਿੰਦੂਆਂ ਦੇ ਘਰ ਆਉਂਦੇ ਨੇ, ਤੇ ਉਹ ਆ ਕੇ ਕੋਟਲਾ ਨਿਹੰਗਾ ਹੀ ਕਿਉਂ ਰੁਕਦੇ ਨੇ? ਜੇ ਲੜਾਈ ਮੁਸਲਮਾਨਾਂ ਨਾਲ ਹੁੰਦੀ ਤਾਂ ਦੁਸ਼ਮਣ ਦੇ ਘਰ ਕੌਣ ਰੁਕਦਾ? ਐਸੇ ਮੌਕੇ ਤੇ ਜਦੋਂ ਚੱਪੇ ਚੱਪੇ ਦੇ ਗੁਰੂ ਸਾਹਿਬ ਦੀ ਭਾਲ ਹੋ ਰਹੀ ਸੀ, ਫੌਜਾਂ ਲੱਭ ਰਹੀਆਂ ਸੀਆਂ, ਤਾਂ ਕਿਸੇ ਦੁਸ਼ਮਣ ਦੇ ਘਰ ਨਹੀਂ ਰੁਕਿਆ ਜਾਣਾ ਹੁੰਦਾ ਸੀ, ਕਿਸੇ ਆਪਣੇ ਪਿਆਰੇ ਮਿੱਤਰ ਦੇ ਖਾਸ ਦੇ ਘਰ ਰੁਕੇ ਨੇ। ਗੁਰੂ ਸਾਹਿਬ ਕੋਟਲਾ ਨਿਹੰਗਾਂ ਦੇ ਘਰ ਪਹੁੰਚਦੇ ਨੇ, ਉੱਥੇ ਠਹਿਰਦੇ ਨੇ। ਔਰ ਉਹ ਘਟਨਾ ਜਿਹੜੀ ਮੈਂ ਅਕਸਰ ਬਿਆਨ ਕਰਦਾ ਹੁੰਨਾ, ਉਹਨੇ ਕੋਟਲਾ ਨਿਹੰਗਾਂ ਨੇ ਗੁਰੂ ਸਾਹਿਬ ਦੇ ਫੱਟੜ ਹੋਏ ਸਿੱਖ ਜਰਨੈਲ ਨੂੰ, ਜਦੋਂ ਗੁਰੂ ਸਾਹਿਬ ਚਮਕੌਰ ਦੀ ਗੜੀ ਲਈ ਚਲੇ ਗਏ ਉੱਥੋਂ, ਤਾਂ ਜਿਹੜਾ ਜਿੱਤ ਸਿੰਘ ਸਿੱਖ ਜਰਨੈਲ ਫੱਟੜ ਹੋਇਆ ਸੀ, ਪਿਆ ਸੀ, ਜਿਹੜਾ ਚੱਲਣ ਦੇ ਕਾਬਿਲ ਨਹੀਂ ਥਾ, ਆਪਣੀ ਕੁਆਰੀ ਧੀ ਮੁਮਤਾਜ਼ ਨੂੰ ਉਹਦੇ ਕਮਰੇ 'ਚ ਭੇਜ ਕੇ ਕਮਰੇ ਦਾ ਬੂਹਾ ਬੰਦ ਕਰਦੇ ਨੇ। ਜਦੋਂ ਫੌਜ ਬਾਅਦ ਤਲਾਸ਼ੀ ਲੈਣ ਆਉਂਦੀ ਹੈ, ਸਾਰੇ ਕਮਰੇ ਤਲਾਸ਼ੀ ਲੈਂਦੀ ਹੋਈ ਉਸ ਦਰਵਾਜ਼ੇ ਦੇ ਮੂਹਰੇ ਖੜ੍ਹਦੀ ਹੈ, ਤਾਂ ਉਹ ਚੌਕੀ ਇੰਚਾਰਜ ਪੁੱਛਦਾ ਇਹ ਕਮਰਾ ਕਿਉਂ ਬੰਦ ਹੈ? ਉਹ ਕਹਿੰਦਾ ਇਹ 'ਚ ਮੇਰੇ ਧੀ ਜਵਾਈ ਸੁੱਤੇ ਨੇ। ਤਾਂ ਉਹ ਚੌਕੀ ਇੰਚਾਰਜ ਕਹਿੰਦਾ ਮਾਫ਼ ਕਰਨਾ, ਕਿਸੇ ਇਤਲਾਹ ਦੇਣ ਵਾਲੇ ਨੇ ਗਲਤ ਬਿਆਨੀ ਕਰਤੀ ਹੈ, ਤੁਹਾਡੇ ਧੀ ਜਵਾਈ ਕਿ ਮੇਰੇ ਧੀ ਜਵਾਈ, ਇਸ ਕਰਕੇ ਉਹ ਕਮਰੇ ਤਲਾਸ਼ੀ ਲੈ ਬਿਨਾਂ ਚਲੇ ਜਾਂਦੇ ਨੇ। ਹੁਣ ਆਪਾਂ ਕਲਪਨਾ ਕਰੀਏ, ਇਹ ਆਪਾਂ ਸਾਰੇ ਧੀਆਂ ਭੈਣਾਂ ਵਾਲੇ ਹਾਂ, ਇਸ ਚੀਜ਼ ਨੂੰ, ਇਸ ਦ੍ਰਿਸ਼ ਨੂੰ ਆਪਣੇ ਅੱਖਾਂ ਸਾਹਮਣੇ ਲੈ ਕੇ ਆਈਏ, ਫਿਰ ਆਪਣੇ ਦਿਲ ਤੇ ਹੱਥ ਰੱਖ ਕੇ ਸੋਚੀਏ, ਇੱਕ ਗੈਰਤਮੰਦ ਤੇ ਅਣਖੀ ਪਿਤਾ ਲਈ ਆਪਣੀ ਜਾਨ ਦੇ ਦੇਣਾ ਤਾਂ ਸੌਖਾ ਕੰਮ ਹੋ ਸਕਦਾ ਹੈ, ਪਰ ਆਪਣੀ ਕੁਆਰੀ ਧੀ ਦੀ ਦਾਅ ਤੇ ਲਗਾ ਦੇਣਾ, ਉਹ ਵੀ ਕਿਸੇ ਦੂਜੇ ਧਰਮ ਦੇ ਵਿਅਕਤੀ ਲਈ। ਸੰਸਾਰ ਦੇ ਇਤਿਹਾਸ 'ਚ ਅਜਿਹੀ ਕੋਈ ਦੂਸਰੀ ਉਦਾਹਰਣ ਨਹੀਂ ਮਿਲਦੀ ਕਿ ਕਿਸੇ ਵਿਅਕਤੀ ਨੇ ਆਪਣੀ ਕੁਆਰੀ ਧੀ ਦੀ ਇੱਜ਼ਤ ਦਾਅ ਤੇ ਲਗਾ ਦਿੱਤੀ ਹੋਵੇ, ਉਹ ਵੀ ਕਿਸੇ ਦੂਜੇ ਧਰਮ ਦੇ ਵਿਅਕਤੀ ਲਈ, ਹੈ ਨਾ। ਇਹ ਧਰਮ ਦੀ ਲੜਾਈ ਨਹੀਂ ਸੀ, ਕੌਮਾਂ ਦੀ ਲੜਾਈ ਵੀ ਨਹੀਂ ਸੀ, ਤੇ ਜ਼ੁਲਮ ਦੀ ਲੜਾਈ ਸੀ। ਔਰ ਜੇ ਦੇਖਿਆ ਜਾਵੇ, ਗੁਰੂ ਸਾਹਿਬ ਸਰਸਾ ਨਦੀ ਤੋਂ ਲੈ ਕੇ ਜਿੰਨੀ ਜਗ੍ਹਾ ਵੀ ਠਹਿਰੇ ਨੇ ਜਾਂਦੇ ਹੋਏ, ਪਹਿਲਾਂ ਕੋਟਲਾ ਨਿਹੰਗਾਂ, ਫਿਰ ਚਮਕੌਰ ਤੋਂ ਨਿਕਲਦੇ ਨੇ, ਲੁਧਿਆਣਾ ਜ਼ਿਲ੍ਹਾ ਸਮਰਾਲਾ ਦੇ ਪਿੰਡ ਬਹਿਲੋਲਪੁਰ ਇੱਕ ਮੌਲਵੀ ਪੀਰ ਮੋਹ ਦੇ ਘਰ ਠਹਿਰਦੇ ਨੇ, ਉੱਥੇ ਭੋਜਨ ਛਕਦੇ ਨੇ, ਤੇ ਫਿਰ ਉਸ ਤੋਂ ਬਾਅਦ ਜਾਂਦੇ ਨੇ ਮਾਛੀਵਾੜੇ ਜੰਗਲਾਂ 'ਚ। ਜਦੋਂ ਗੁਰੂ ਸਾਹਿਬ ਦੇ ਆਪਣੇ ਸਿੱਖ ਗੁਰੂ ਸਾਹਿਬ ਨੂੰ ਠਹਿਰਾਉਣ ਤੋਂ ਨਾ ਕਰ ਰਹੇ ਨੇ, ਭਾਈ ਪੰਜਾਬਾ ਤੇ ਗੁਲਾਬਾ ਤੇ ਗਨੀ ਖਾਂ ਤੇ ਨਬੀ ਖਾਂ, ਉਸੇ ਮੁਸੀਬਤ ਨੂੰ ਆਪਣੀ ਛਾਤੀ ਨਾਲ ਲੈ ਕੇ ਆਪਣੇ ਘਰ ਲੈ ਕੇ ਜਾਂਦੇ ਨੇ, ਫਿਰ ਉੱਚਾ ਪੀਰ ਬਣਾ ਕੇ ਮਾਛੀਵਾੜੇ ਜੰਗਲਾਂ 'ਚ ਬਾਹਰ ਕੱਢਦੇ ਨੇ, ਤੇ ਫਿਰ ਗੁਰੂ ਸਾਹਿਬ ਉਹਨਾਂ ਨੂੰ ਇੱਕ ਹੁਕਮਨਾਮਾ ਬਖਸ਼ਦੇ ਨੇ, ਜਿਸ 'ਚ ਕਹਿੰਦੇ ਨੇ ਨਬੀ ਖਾਂ ਤੇ ਗਨੀ ਖਾਂ ਸਾਨੂੰ ਪੁੱਤਰਾਂ ਨਾਲੋਂ ਵੱਧ ਕੇ ਪਿਆਰੇ ਨੇ, ਸਾਡਾ ਸਿੱਖ ਇਹਨਾਂ ਨੂੰ ਖਾਲੀ ਹੱਥ ਦਰਸ਼ਨ ਨਾ ਦੇਵੇ। ਉਹ ਅੱਜ ਤੱਕ ਉਹ ਹੁਕਮਨਾਮਾ ਪਿਆ। ਇਸ ਕਰਕੇ ਇਹ ਨਾ ਤਾਂ ਧਰਮ ਦੇ ਵਿਰੁੱਧ ਲੜਾਈ ਸੀ, ਨਾ ਕੌਮ ਦੇ ਜ਼ਾਲਮ ਦੇ ਹੁਕਮ ਦੀ। ਅੱਜ ਵੀ ਤਾਂ ਜ਼ਾਲਮ ਉਹੀ ਕਰ ਰਹੇ ਨੇ ਜੋ ਪਹਿਲਾਂ ਜ਼ਾਲਮ ਕਰਦੇ ਸੀ। ਉਹਨਾਂ ਨੂੰ ਧਰਮ ਨਾਲ ਕੋਈ ਮਤਲਬ ਨਹੀਂ ਹੁੰਦਾ, ਉਹ ਤਾਂ ਆਪਣੇ ਸਵਾਰਥ ਲਈ ਧਰਮ ਦਾ ਇਸਤੇਮਾਲ ਕਰਦੇ ਨੇ, ਅੱਜ ਵੀ ਕਰ ਰਹੇ ਨੇ। ਅੱਜ ਤਾਂ ਧਰਮ ਦੇ ਹੁੱਕੇ ਲਾ ਲਾ ਕੇ ਹਕੂਮਤਾਂ ਪ੍ਰਾਪਤ ਕੀਤੀਆਂ ਚਲਾਈਆਂ ਜਾ ਰਹੀਆਂ ਨੇ, ਤੇ ਇਹ ਧਰਮ ਦੀ ਨਹੀਂ ਸੀ, ਇਹ ਤਾਂ ਇੱਕ ਜ਼ੁਲਮ ਸੀ। ਇੱਕ ਹਾਕਮ ਨੇ ਆਪਣੀ ਹਕੂਮਤ ਨੂੰ ਕਾਇਮ ਰੱਖਣਾ ਸੀ, ਤੇ ਉਹਦੇ ਵਾਸਤੇ ਉਹਨੇ ਮਾਸੂਮ ਤੇ ਨਿਰਦੋਸ਼ਾਂ ਦਾ ਹੱਤਿਆ ਕਰਤੀ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।